मेरी ये रिक्वेस्ट है सारे कनेडा वासियों नू और इंडिया वासियों नू, मेरे बेटे की लाश मेरे को पहुंच जाए, बस मेरी ये बेनती है। बस भी ਵਧਾਈਆਂ ਮਿਲਦੀਆਂ ਸੀ ਵੀ ਪੁੱਤ ਤੁਹਾਡਾ ਕੈਨੇਡਾ ਚਲਾ ਗਿਆ ਅਜੇ, ਕਿਉਂਕਿ ਇਹ ਬਾਹਰ ਰਹਿੰਦੇ ਨੇ ਖੇਤਾਂ 'ਚ। ਪਿੰਡ ਵਾਲੇ ਜਿਹੜੇ ਵਧਾਈਆਂ ਦੇ ਰਹੇ ਸੀਗੇ, ਪਰ ਉਹੀ ਪਿੰਡ ਵਾਲਿਆਂ ਨੂੰ ਆ ਕੁਝ ਦਿਨਾਂ ਦੇ ਵਿੱਚ ਹੀ ਜਿਹੜਾ ਹੁਣ ਸੋਗ ਕਰਨ ਲਈ, ਅਫਸੋਸ ਪ੍ਰਗਟਾਉਣ ਲਈ ਆਉਣਾ ਪੈ ਰਿਹਾ। ਕਹਿੰਦੇ ਨੇ ਕਿ ਬੱਚੇ ਮਾਪਿਆਂ ਦਾ ਆਖਰੀ ਸਹਾਰਾ ਹੁੰਦੇ ਨੇ। ਮਾਪੇ ਆਪਣੇ ਬੱਚਿਆਂ ਦੇ ਚੰਗੇ ਭਵਿੱਖ ਲਈ ਹਰ ਉਹ ਮੁਮਕਿਨ ਕੋਸ਼ਿਸ਼ ਕਰਦੇ ਨੇ ਜਿਹੜੀ ਸ਼ਾਇਦ ਉਹਨਾਂ ਨੇ ਕਦੇ ਖੁਦ ਆਪਣੇ ਲਈ ਵੀ ਨਹੀਂ ਕੀਤੀ ਹੁੰਦੀ। ਪਰ ਉਹਨਾਂ ਮਾਪਿਆਂ ਬਾਰੇ ਤੁਸੀਂ ਕੀ ਕਹੋਗੇ ਜਿਨ੍ਹਾਂ ਦਾ ਇੱਕੋ ਇੱਕ ਜਵਾਨ ਪੁੱਤ ਉਹਨਾਂ ਦੀਆਂ ਅੱਖਾਂ ਸਾਹਮਣੇ ਹੀ ਇਸ ਦੁਨੀਆ ਤੋਂ ਤੁਰ ਜਾਵੇ ਅਤੇ ਉਹਨਾਂ ਨੂੰ ਆਪਣੇ ਪੁੱਤ ਦਾ ਅੰਤਮ ਸੰਸਕਾਰ ਕਰਨ ਲਈ ਉਸ ਦੀ ਲਾਸ਼ ਤੱਕ ਲੈਣ ਲਈ ਵੀ ਦਰ-ਦਰ ਦੇ ਧੱਕੇ ਖਾਣੇ ਪੈਂਦੇ ਹੋਣ। ਜੀ ਹਾਂ, ਅਜਿਹਾ ਹੀ ਕੁਝ ਮਾਮਲਾ ਮਾਨਸਾ ਦੇ ਪਿੰਡ ਝੰਡਾ ਕਲਾਂ ਤੋਂ ਸਾਹਮਣੇ ਆਇਆ ਹੈ, ਜਿੱਥੇ ਪੜ੍ਹਾਈ ਲਈ 17 ਮਾਰਚ 2020 ਨੂੰ ਕੈਨੇਡਾ ਪੜ੍ਹਨ ਗਿਆ 19 ਸਾਲਾ ਨੌਜਵਾਨ ਲਖਵਿੰਦਰ ਸਿੰਘ ਇਨੀ ਦਿਨੀ ਇਸ ਦੁਨੀਆ ਤੋਂ ਜਾ ਚੁੱਕਿਆ ਹੈ। ਲਖਵਿੰਦਰ ਸਿੰਘ ਦੀ ਮੌਤ ਕੈਨੇਡਾ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਹੋ ਗਈ। ਲਖਵਿੰਦਰ ਸਿੰਘ ਦੀ ਮੌਤ 3 ਜੁਲਾਈ ਨੂੰ ਹੋਈ ਅਤੇ ਉਸ ਦੀ ਮ੍ਰਿਤਕ ਦੇ ਹਾਲੇ ਵੀ ਕੈਨੇਡਾ ਦੇ ਸਰੀ ਵਿੱਚ ਹੀ ਪਈ ਹੈ। ਉਧਰ ਜਿਹੜੇ ਪਿੰਡ ਵਾਸੀ 17 ਮਾਰਚ ਤੋਂ ਬਾਅਦ ਮਾਪਿਆਂ ਨੂੰ ਵਧਾਈਆਂ ਦਿੰਦੇ ਨਹੀਂ ਥੱਕ ਰਹੇ ਸੀ, ਉਹਨਾਂ ਵਿੱਚ ਹੁਣ ਸੋਗ ਦੀ ਲਹਿਰ ਹੈ। ਲਖਵਿੰਦਰ ਸਿੰਘ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਕਰੋਨਾ ਵਾਇਰਸ ਕਾਰਨ ਲਖਵਿੰਦਰ ਸਿੰਘ ਦੀ ਮ੍ਰਿਤਕ ਦੇ ਹੁਣ ਭਾਰਤ ਵਾਪਸ ਆਉਣੀ ਮੁਸ਼ਕਿਲ ਹੋ ਰਹੀ ਹੈ। ਇਕਲੌਤੇ ਨੌਜਵਾਨ ਪੁੱਤ ਦੀ ਮੌਤ ਤੋਂ ਬਾਅਦ ਮਾਪਿਆਂ ਦੀ ਸਿਰਫ ਇੱਕੋ ਇੱਕ ਇੱਛਾ ਹੈ ਕਿ ਉਹ ਆਪਣੇ ਪੁੱਤ ਦੇ ਮ੍ਰਿਤਕ ਸਰੀਰ ਨੂੰ ਅੰਤਮ ਅਗਨੀ ਭੇਟ ਕਰ ਸਕਣ, ਜਿਸ ਕਾਰਨ ਮਾਪੇ ਹੁਣ ਭਿੱਜੀਆਂ ਅੱਖਾਂ ਨਾਲ ਅਤੇ ਰੋਂਦੇ ਦਿਲ ਨਾਲ ਲੋਕਾਂ ਨੂੰ ਅਤੇ ਸਰਕਾਰਾਂ ਨੂੰ ਉਹਨਾਂ ਦੇ ਪੁੱਤ ਦੀ ਮ੍ਰਿਤਕ ਦੇ ਭਾਰਤ ਲਿਆਉਣ ਲਈ ਅਪੀਲਾਂ ਕਰ ਰਹੇ ਨੇ। ਨੌਜਵਾਨ ਪੁੱਤ ਜਦੋਂ ਚੜ੍ਹਾਈ ਕਰ ਜਵੇ ਤਾਂ ਮਾਪਿਆਂ ਦੇ ਉੱਤੇ ਕੀ ਬੀਤਦੀ ਹੈ, ਇਹਦਾ ਆਪਾਂ ਸਾਰੇ ਅਹਿਸਾਸ ਕਰ ਸਕਦੇ ਹਾਂ। ਮੇਰੇ ਨਾਲ ਇੱਕ ਸਾਡੇ ਸਤਿਕਾਰਯੋਗ ਵੀਰ ਝੰਡਾ ਕਲਾਂ ਪਿੰਡ, ਜਿਹੜਾ ਮਾਨਸਾ ਜ਼ਿਲ੍ਹੇ ਦਾ ਪਿੰਡ ਹੈ, ਉੱਥੋਂ ਬੈਠੇ ਨੇ ਸਰਦਾਰ ਕੁਲਵਿੰਦਰ ਸਿੰਘ ਜੀ। ਇਹਨਾਂ ਦਾ ਬੇਟਾ ਲਖਵਿੰਦਰ ਸਿੰਘ 19 ਵਰ੍ਹਿਆਂ ਦਾ ਨੌਜਵਾਨ ਪੁੱਤ, ਜਿਹੜਾ ਲਗਭਗ 3 ਮਹੀਨੇ ਪਹਿਲਾਂ ਹੀ ਕੈਨੇਡਾ ਦੇ ਵਿੱਚ ਗਿਆ ਸਟੱਡੀ ਬੇਸ ਤੇ। ਆਪਾਂ ਨੂੰ ਪਤਾ ਹੀ ਹੈ ਕਿ ਕਿਸ ਕਿਸਮ ਦੇ ਹਾਲਾਤ ਨੇ ਪਿੰਡਾਂ ਦੇ ਵਿੱਚ, ਕਿਵੇਂ ਅਸੀਂ ਕਰਜ਼ਾ ਚੁੱਕ ਕੇ ਬੱਚਿਆਂ ਨੂੰ ਭੇਜਦੇ ਹਾਂ, ਬਹੁਤ ਮਿੰਟਾਂ ਤਰਲੇ ਕਰਕੇ ਪੈਸੇ ਇਕੱਠੇ ਕਰਦੇ ਹਾਂ। ਪਰ ਇਸ ਪਰਿਵਾਰ ਨੇ ਬੜੀ ਹਿੰਮਤ ਦੇ ਨਾਲ ਉਸ ਬੱਚੇ ਨੂੰ ਭੇਜਿਆ ਸੀਗਾ। ਪਰ ਜਦੋਂ ਅਜੇ ਤਾਂ ਉਹਨੂੰ 3 ਮਹੀਨੇ ਹੋਏ ਸੀ, ਮੈਨੂੰ ਦੱਸ ਰਹੇ ਸੀ ਵੀਰ ਜੀ ਹੋਰੀ ਕਿ ਅਸੀਂ ਚਾਹ ਵੀ ਨਹੀਂ ਸੀ ਮਨਾਏ ਚੱਜ ਨਾਲ ਕਿ ਸਾਡਾ ਪੁੱਤ ਕੈਨੇਡਾ ਚਲਾ ਗਿਆ, ਕਿ ਇਹਨਾਂ ਦੇ ਬੱਚੇ ਦੀ ਜਿਹੜੀ ਖਬਰ ਮਿਲੀ 3 ਜੁਲਾਈ ਨੂੰ, ਉਹ ਨੌਜਵਾਨ ਵੀਰ ਚੜ੍ਹਾਈ ਕਰ ਗਿਆ ਦਿਲ ਦਾ ਦੌਰਾ ਪੈਣ ਦੇ ਨਾਲ। ਹੁਣ ਲੋਕਡਾਊਨ ਕਰੋਨਾ ਕਰਕੇ ਜਿਹੜੇ ਹਾਲਾਤ ਬਣੇ ਹੋਏ ਨੇ, ਇਹਨਾਂ ਦੀ ਇਹੀ ਇੱਛਾ ਸੀਗੀ ਪਰਿਵਾਰ ਦੀ, ਸਰਦਾਰ ਕੁਲਵਿੰਦਰ ਸਿੰਘ ਹੋਰਾਂ ਦੀ, ਸਾਰੇ ਪਰਿਵਾਰ ਦੀ, ਕਿ ਘੱਟੋ ਘੱਟ ਉਹਨਾਂ ਦੀ ਜਿਹੜੀ ਡੈੱਡ ਬੋਡੀ ਹੈ ਉਹ ਤਾਂ ਭਾਰਤ ਵਿੱਚ ਪਹੁੰਚ ਜਾਵੇ, ਹੋਰ ਤਾਂ ਕੁਝ ਹੋ ਨਹੀਂ ਸਕਦਾ। ਅਸੀਂ ਆਪਣੇ ਹੱਥੀਂ ਅੰਤਮ ਕਿਰਿਆਕਰਮ ਕਰਵਾ ਕੇ ਆਪਣਾ ਜਿਹੜਾ ਮਨ ਹੈ ਸਮਝਾ ਲਈਏ, ਕੁਛ ਨਾ ਕੁਛ ਚਲੋ ਹੁੰਦਾ ਹੈ। ਸੋ ਇਸ ਕਰਕੇ ਅੱਜ ਸਰਦਾਰ ਕੁਲਵਿੰਦਰ ਸਿੰਘ ਜੀ ਜਿਹੜੇ ਮੇਰੇ ਨਾਲ ਬੈਠੇ ਨੇ, ਇਹਨਾਂ ਦਾ ਇਹ ਨੌਜਵਾਨ ਬੇਟਾ ਸੀਗਾ, ਬਹੁਤ ਸੋਹਣਾ ਸੁਨੱਖਾ ਨੌਜਵਾਨ ਗੱਭਰੂ, ਜਿਨੇ ਮਤਲਬ ਸਾਰੇ ਘਰ ਦੀ ਆਰਥਿਕਤਾ ਨੂੰ ਚੱਕਣਾ ਸੀਗਾ। ਬਹੁਤ ਕੁਝ ਹੁੰਦਾ ਆਪਣੇ ਸਾਰਿਆਂ ਨੂੰ, ਸਾਨੂੰ ਪਤਾ ਹੈ ਇਹ ਹਾਲਾਤਾਂ ਦਾ। ਸੋ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਕੈਨੇਡਾ ਵਿੱਚ ਜਿੰਨਾ ਵੀ ਸਿੱਖ ਭਾਈਚਾਰਾ ਵਸਦਾ ਹੈ, ਪੰਜਾਬੀ ਭਾਈਚਾਰਾ ਵਸਦਾ ਹੈ, ਕਿ ਉਹ ਜ਼ਰੂਰ ਇਹਦੇ ਵਿੱਚ, ਅਸੀਂ ਵੀ ਇੱਥੋਂ ਦਰਬਾਰੇ ਖਾਲਸਾ ਵੱਲੋਂ ਵੀ ਈਮੇਲ ਭੇਜੀਆਂ ਨੇ ਉੱਥੋਂ ਦੇ ਵਿਦੇਸ਼ ਮੰਤਰੀ ਨੂੰ, ਰੱਖਿਆ ਮੰਤਰੀ ਨੂੰ, ਜਾਂ ਹੋਰ ਜਿੰਨਾ ਵੀ ਮੇਨ ਡਿਪਾਰਟਮੈਂਟ ਹੈ, ਭਾਰਤੀ ਹਾਈ ਕਮਿਸ਼ਨ ਨੂੰ, ਪੰਚਾਇਤ ਵੱਲੋਂ ਵੀ ਕੋਸ਼ਿਸ਼ ਕੀਤੀ ਗਈ ਹੈ ਪਿੰਡ ਦੀ ਵੱਲੋਂ। ਔਰ ਅਸੀਂ ਇਹ ਵੀ ਬੇਨਤੀ ਕਰਦੇ ਹਾਂ ਕਿ ਜਿਹੜੇ ਸਾਡੇ ਸਿੱਖ ਕੈਨੇਡਾ ਵਿੱਚ ਉਹ ਚੌਧਿਆਂ ਤੇ ਨੇ, ਉਹਨਾਂ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ, ਆਮ ਸਿੱਖਾਂ ਨੂੰ ਵੀ ਸਾਡੀ ਇੰਨੀ ਕੁ ਹੈਲਪ ਇਹ ਪਰਿਵਾਰ ਚਾਹੁੰਦਾ ਹੈ ਕਿ ਸਾਡਾ ਜਿਹੜਾ ਪੁੱਤ ਤਾਂ ਹੁਣ ਵਾਪਸ ਨਹੀਂ ਆਉਣਾ, ਪਰ ਉਹਦਾ ਘੱਟੋ ਘੱਟ ਸਰੀਰ ਵਾਪਸ ਤੁਸੀਂ ਭਜਵਾ ਦਿਓ, ਤਾਂ ਜੋ ਹੱਥੀਂ ਇਹ ਕਿਰਿਆਕਰਮ ਕਰਕੇ ਆਪਣੀ ਅੰਤਮ ਜਿਹੜੀ ਰਸਮ ਹੈ ਉਹ ਨਿਭਾ ਸਕਣ। ਹੋ ਸਕਦਾ ਕਿਸੇ ਲਈ ਉਹ ਮਿੱਟੀ ਹੋ ਸਕਦਾ, ਪਰ ਇਹਨਾਂ ਲਈ ਤਾਂ ਸਭ ਕੁਝ ਸੀਗਾ। ਹੁਣ ਰਹਿ ਤਾਂ ਮਿੱਟੀ ਹੋ ਗਈ ਆਖਰ ਨੂੰ, ਪਰ ਇੱਕ ਬਣਿਆ ਹੋਇਆ ਸਮਾਜ ਦਾ। ਸੋ ਸਰਦਾਰ ਕੁਲਵਿੰਦਰ ਸਿੰਘ, ਜਿਨ੍ਹਾਂ ਨੂੰ ਗੱਲ ਕਰਨੀ ਬਹੁਤ ਔਖੀ ਹੈ,
ਉਹ ਦੋ ਸ਼ਬਦ ਜ਼ਰੂਰ ਤੁਹਾਡੇ ਨਾਲ ਮਤਲਬ ਹਿੰਮਤ ਨਾਲ ਜਿਵੇਂ ਵੀ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰੀ ਇਹ ਰਿਕੁਐਸਟ ਹੈ ਸਾਰੇ ਕੈਨੇਡਾ ਵਾਸੀਆਂ ਨੂੰ ਔਰ ਇੰਡੀਆ ਵਾਸੀਆਂ ਨੂੰ, ਮੇਰੇ ਬੇਟੇ ਦੀ ਲਾਸ਼ ਮੇਰੇ ਕੋਲ ਪਹੁੰਚ ਜਾਵੇ, ਬਸ ਮੇਰੀ ਇਹ ਬੇਨਤੀ ਹੈ। ਬਸ ਮੇਰੀ ਰਿਕੁਐਸਟ ਹੈ ਵੀ ਮੇਰਾ ਬੇਟਾ ਮੇਰੇ ਕੋਲ ਪਹੁੰਚ ਜਾਵੇ, ਜੋ ਉਹਦੀ ਲਾਸਟ ਕਿਰਿਆਕਰਮ ਬਣਦੀ ਹੈ ਮੈਂ ਉਹਦੇ ਹੱਥਾਂ ਨਾਲ ਕਰ ਸਕਾਂ, ਮੇਰੀ ਇਹ ਬੇਨਤੀ ਹੈ। ਬਸ ਆਈਆਂ ਹੀ ਆਈ ਜਾਂਦੀਆਂ ਸੀ, ਜਿਹੜਾ ਕੋਈ ਮਿਲਦਾ ਸੀ। ਲੋਕਡਾਊਨ ਕਰਕੇ ਲੋਕਾਂ ਨੂੰ ਪਤਾ ਘੱਟ ਲੱਗਿਆ ਸੀ, ਤਾਂ ਕੋਈ ਵਾਰੀ 10-20 ਦਿਨ ਤੋਂ ਵਧਾਈਆਂ ਆ ਰਹੀਆਂ ਸੀ, ਉਹ ਵਧਾਈਆਂ ਵਿੱਚ ਹੀ ਸਾਰੀਆਂ ਗਮੀ 'ਚ ਖਾ ਗਈਆਂ ਜੀ। ਮਤਲਬ ਇਹ ਕਹਿੰਦੇ ਨੇ ਵੀ ਵਧਾਈਆਂ ਮਿਲਦੀਆਂ ਸੀ ਵੀ ਪੁੱਤ ਤੁਹਾਡਾ ਕੈਨੇਡਾ ਚਲਾ ਗਿਆ ਅਜੇ, ਕਿਉਂਕਿ ਇਹ ਬਾਹਰ ਰਹਿੰਦੇ ਨੇ ਖੇਤਾਂ 'ਚ। ਪਿੰਡ ਵਾਲੇ ਜਿਹੜੇ ਵਧਾਈਆਂ ਦੇ ਰਹੇ ਸੀਗੇ, ਪਰ ਉਹੀ ਪਿੰਡ ਵਾਲਿਆਂ ਨੂੰ ਆ ਕੁਝ ਦਿਨਾਂ ਦੇ ਵਿੱਚ ਹੀ ਜਿਹੜਾ ਹੁਣ ਸੋਗ ਕਰਨ ਲਈ, ਅਫਸੋਸ ਪ੍ਰਗਟਾਉਣ ਲਈ ਆਉਣਾ ਪੈ ਰਿਹਾ। ਸੋ ਇਹ ਬੇਨਤੀ ਹੈ ਜੀ ਇਹਨਾਂ ਦੀ, ਇਹ ਜ਼ਰੂਰ ਆਪਾਂ ਇਹਦੇ ਤੇ ਸਾਰੇ ਧਿਆਨ ਦਈਏ। ਮਤਲਬ ਜਿਹੜਾ ਆਪਣਾ ਸਿੱਖ ਭਾਈਚਾਰਾ, ਪੰਜਾਬੀ ਭਾਈਚਾਰਾ ਕੈਨੇਡਾ ਦੇ ਵਿੱਚ ਵਸਦਾ, ਉਹਨਾਂ ਸਾਰਿਆਂ ਨੂੰ ਵੀ ਬੇਨਤੀ ਕਰਾਂਗੇ। ਔਰ ਜਿੱਥੇ ਜਿੱਥੇ ਵੀ ਕੋਈ ਜ਼ੋਰ ਲਾ ਸਕਦਾ, ਜਿਵੇਂ ਨਿਊਜ਼ੀਲੈਂਡ ਦਾ ਮੈਂ ਇਸ ਕਰਕੇ ਧੰਨਵਾਦ ਕਰਦਾ, ਨਿਊਜ਼ੀਲੈਂਡ ਦੇ ਸਿੱਖਾਂ ਦਾ ਕਰਜ਼ਦਾਰ ਹਾਂ ਅਸੀਂ। ਉਹਨਾਂ ਨੇ ਸਾਡੇ ਇੱਕ ਨੌਜਵਾਨ ਦੀ ਇਦਾਂ ਹੀ ਡੈਥ ਹੋ ਗਈ ਸੀਗੀ, ਸਾਰੇ ਸਿੱਖਾਂ ਨੇ ਬਹੁਤ ਜ਼ੋਰ ਲਾ ਕੇ ਉਹ ਡੈੱਡ ਬੋਡੀ ਵਾਪਸ ਪਹੁੰਚਵਾਈ। ਭਾਰਤੀ ਹਾਈ ਕਮਿਸ਼ਨ ਨੇ ਬਹੁਤ ਸੋਹਣੀ ਭੂਮਿਕਾ ਨਿਭਾਈ। ਔਰ ਅਸੀਂ ਇਸ ਵਾਰ ਵੀ ਇਹ ਉਮੀਦ ਕਰਦੇ ਹਾਂ ਕਿ ਜ਼ਰੂਰ ਹੋਰ ਕੁਝ ਨਹੀਂ ਹੋ ਸਕਦਾ, ਇੰਨਾ ਕੁ ਹੋ ਸਕਦਾ, ਇਹ ਜ਼ਰੂਰ ਸਾਰੇ ਸਹਿਯੋਗ ਦਈਏ। ਭੁੱਲਾਂ ਚੁੱਕਾਂ ਲਈ ਮਾਫੀ ਚਾਹਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਧਰ ਇਸ ਸੰਬੰਧੀ ਪਰਿਵਾਰ ਅਤੇ ਪਿੰਡ ਦੀ ਪੰਚਾਇਤ ਨੇ ਪੰਥ ਪ੍ਰਸਿੱਧ ਕਥਾਵਾਚਕ ਭਾਈ ਹਰਜਿੰਦਰ ਸਿੰਘ ਮਾਝੀ ਦੀ ਅਗਵਾਈ ਹੇਠ ਡੀਸੀ ਦਫ਼ਤਰ ਮਾਨਸਾ ਵਿਖੇ ਪਹੁੰਚ ਕੇ ਕੇਂਦਰ ਸਰਕਾਰ ਨੂੰ ਲਖਵਿੰਦਰ ਸਿੰਘ ਦੀ ਮ੍ਰਿਤਕ ਦੇ ਉਸਦੇ ਜੱਦੀ ਪਿੰਡ ਝੰਡੀ ਕਲਾਂ ਵਿਖੇ ਮੰਗਵਾਉਣ ਦੀ ਬੇਨਤੀ ਕੀਤੀ ਹੈ। ਇਸ ਮੌਕੇ ਭਾਈ ਮਾਝੀ ਨੇ ਕਿਹਾ ਕਿ ਦਰਬਾਰੇ ਖਾਲਸਾ ਜਥੇਬੰਦੀਆਂ ਵੱਲੋਂ ਭਾਰਤੀ ਦੂਤਾਵਾਸ ਕੈਨੇਡਾ ਅਤੇ ਭਾਰਤ ਸਰਕਾਰ ਦੇ ਪ੍ਰਮੁੱਖ ਮੰਤਰੀਆਂ ਨੂੰ ਈਮੇਲ ਰਾਹੀਂ ਬੇਨਤੀ ਪੱਤਰ ਭੇਜਣ ਤੋਂ ਇਲਾਵਾ ਕੈਨੇਡਾ ਵਸਦੇ ਸਮੂਹ ਸਿੱਖ ਭਾਈਚਾਰੇ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਇਸ ਮੌਕੇ ਆਪੋ ਆਪਣੀ ਪਹੁੰਚ ਮੁਤਾਬਕ ਪਰਿਵਾਰ ਦੇ ਇਸ ਦੁੱਖ ਵਿੱਚ ਸ਼ਰੀਕ ਹੋਣ ਅਤੇ ਲਖਵਿੰਦਰ ਸਿੰਘ ਦੀ ਮ੍ਰਿਤਕ ਦੇਹ ਨੂੰ ਪੰਜਾਬ ਲਿਆਉਣ ਵਿੱਚ ਮਦਦ ਕਰਨ। ਇਸ ਦੌਰਾਨ ਪਿੰਡ ਝੰਡਾ ਕਲਾਂ ਦੇ ਸਰਪੰਚ ਵੱਲੋਂ ਵੀ ਲੋਕਾਂ ਨੂੰ ਪੀੜਤ ਪਰਿਵਾਰ ਦੇ ਦੁੱਖ ਵਿੱਚ ਸ਼ਰੀਕ ਹੋਣ ਦੀ ਅਪੀਲ ਕੀਤੀ ਗਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਾਨਸਾ ਜ਼ਿਲ੍ਹੇ ਦੇ ਸਰਦੂਲਗੜ੍ਹ ਤਹਿਸੀਲ ਦਾ ਪਿੰਡ ਹੈ ਝੰਡਾ ਕਲਾਂ। ਝੰਡਾ ਕਲਾਂ ਦਾ ਇੱਕ 19 ਸਾਲਾ ਨੌਜਵਾਨ ਵੀਰ ਲਖਵਿੰਦਰ ਸਿੰਘ ਸਨ ਆਫ ਸਰਦਾਰ ਕੁਲਵਿੰਦਰ ਸਿੰਘ, ਜੋ ਕਿ 17 ਮਾਰਚ 2020 ਦੇ ਵਿੱਚ ਕੈਨੇਡਾ ਦੇ ਵਿੱਚ ਸਟੱਡੀ ਬੇਸ ਦੇ ਉੱਤੇ ਗਿਆ ਸੀਗਾ। ਬਹੁਤ ਦੁਖਦਾਇਕ ਘਟਨਾ ਵਾਪਰੀ ਹੈ ਕਿ ਉਸ ਵੀਰ ਦੀ 3 ਜੁਲਾਈ ਨੂੰ ਕੁਝ ਦਿਨ ਪਹਿਲਾਂ ਹੀ ਸਰੀਰ ਦੇ ਵਿੱਚ ਦਿਲ ਦਾ ਦੌਰਾ ਪੈਣ ਦੇ ਨਾਲ ਮੌਤ ਹੋ ਗਈ। ਮੇਰੇ ਨਾਲ ਉਸ ਵੀਰ ਦੇ ਪਿਤਾ ਜੀ ਸਰਦਾਰ ਕੁਲਵਿੰਦਰ ਸਿੰਘ ਖੜੇ ਨੇ ਔਰ ਉੱਥੋਂ ਦੀ ਪੰਚਾਇਤ ਸਰਪੰਚ ਸਾਹਿਬ ਸਰਦਾਰ ਕੁਲਵੀਰ ਸਿੰਘ ਜੀ ਹੋਰੀ ਖੜੇ ਨੇ। ਅੱਜ ਅਸੀਂ ਇਹਨਾਂ ਨੇ ਪਰਿਵਾਰ ਨੇ ਹੁਕਮ ਕੀਤਾ ਸੀ, ਜਿਵੇਂ ਸਰਪੰਚ ਸਾਹਿਬ ਹੋਰਾਂ ਨੇ ਪਿੰਡ ਨੇ ਇੱਥੇ ਡੀਸੀ ਸਾਹਿਬ ਦੇ ਆਫਿਸ ਤੱਕ ਪਹੁੰਚ ਕੀਤੀ ਹੈ, ਕੋਸ਼ਿਸ਼ ਕੀਤੀ ਹੈ, ਬੇਨਤੀ ਕੀਤੀ ਹੈ ਕਿ ਹੁਣ ਇਸ ਪਰਿਵਾਰ ਦੀ ਇੱਕੋ ਹੀ ਇੱਛਾ ਰਹਿ ਗਈ ਹੈ। ਤਾਂ ਬਹੁਤ ਦੁਖਦਾਇਕ, ਆਪਾਂ ਸਾਰੇ ਪਰਿਵਾਰਾਂ ਵਾਲੇ ਹਾਂ, ਆਪਣੇ ਬੱਚਿਆਂ ਦੀ ਲੰਮੀ ਉਮਰ ਦੀ ਕਾਮਨਾ ਕਰਦੇ ਹਾਂ, ਤੰਦਰੁਸਤੀ ਚਾਹੁੰਦੇ ਹਾਂ। ਪਰ ਮੈਂ ਕਹਿੰਦਾ ਕੈਸੇ ਹਾਲਾਤ ਨੇ ਕਿ ਉਹ ਤਾਂ ਮਾਪਿਆਂ ਨੂੰ ਪੁੱਛਿਆ ਆਪਾਂ ਸਮਝ ਸਕਦੇ ਹਾਂ ਸਾਰੇ, ਜੇ ਦਿਲ ਤੇ ਹੱਥ ਰੱਖ ਕੇ ਸੋਚੀਏ ਕਿ ਅੱਜ ਇਹ ਮੈਂ ਸਮਝਦਾ ਕਿ ਮਤਲਬ ਇਹਨਾਂ ਤੇ ਐਸਾ ਹਾਲਾਤ ਪ੍ਰਮਾਤਮਾ ਕਰੇ ਕਿਸੇ ਤੇ ਨਾ ਬਣਨ ਕਿ ਇੱਕ 19 ਸਾਲ ਦੇ ਨੌਜਵਾਨ ਪੁੱਤ ਦੀ ਡੈੱਡ ਬੋਡੀ ਦੇ ਲਈ ਇਸ ਤਰ੍ਹਾਂ ਜਾ ਕੇ ਮੈਮੋਰੰਡਮ ਦੇਣੇ ਪੈਣ। ਸੋ ਇਸ ਲਈ ਅਸੀਂ ਕੇਂਦਰ ਸਰਕਾਰ ਨੂੰ, ਪੰਜਾਬ ਸਰਕਾਰ ਨੂੰ ਜਿੱਥੇ ਬੇਨਤੀ ਕਰਦੇ ਹਾਂ ਉਹ ਕਿ ਜ਼ਰੂਰ ਇਸ ਪਰਿਵਾਰ ਦੀ ਇੱਕੋ ਹੀ ਇੱਛਾ ਰਹਿ ਗਈ ਕਿ ਹੁਣ ਉਸ ਨੌਜਵਾਨ ਨੂੰ ਤਾਂ ਨਹੀਂ ਮੋੜਿਆ ਜਾ ਸਕਦਾ, ਘੱਟੋ ਘੱਟ ਜਿਹੜਾ ਉਹਦਾ ਅੰਤਮ ਕਿਰਿਆਕਰਮ ਦੇ ਲਈ ਸਰੀਰ ਜ਼ਰੂਰ ਮਿਲ ਜਾਵੇ। ਮੈਂ ਕਿਉਂਕਿ ਲੋਕਡਾਊਨ ਦੇ ਦੌਰਾਨ ਹੀ ਪਹਿਲਾਂ ਵੀ ਭਾਰਤ ਸਰਕਾਰ ਨੇ ਬਹੁਤ ਚੰਗੀ ਭੂਮਿਕਾ ਨਿਭਾਈ ਹੈ। ਮਿਸਟਰ ਐਸ ਜੈਸ਼ੰਕਰ ਜਿਹੜੇ ਕੇਂਦਰੀ ਵਿਦੇਸ਼ ਮੰਤਰੀ ਨੇ ਆਪਣੇ ਭਾਰਤ ਸਰਕਾਰ ਦੇ, ਉਹਨਾਂ ਨੇ ਨਿਊਜ਼ੀਲੈਂਡ ਤੋਂ ਇੱਕ ਨੌਜਵਾਨ ਦੀ ਡੈੱਡ ਬੋਡੀ ਮੰਗਾਉਣ ਦੇ ਵਿੱਚ ਭਾਰਤੀ ਹਾਈ ਕਮਿਸ਼ਨ ਹੋਰਾਂ ਨੇ ਭੂਮਿਕਾ ਨਿਭਾਈ ਸੀਗੀ। ਇਸ ਕਰਕੇ ਬੇਨਤੀ ਕਰਦੇ ਹਾਂ। ਔਰ ਜਿਹੜੇ ਕੈਨੇਡਾ ਦੇ ਵਿੱਚ ਵਸਦੇ ਨੇ ਸਾਡੇ ਸਿੱਖ ਭਾਈਚਾਰਾ ਬਹੁਤ ਵੱਡੇ ਪੱਧਰ ਤੇ, ਕੈਨੇਡਾ ਦੇ ਵਿੱਚ ਸਾਡੇ ਸਿੱਖ ਮਿਨਿਸਟਰ ਵੀ ਹੈਗੇ ਨੇ, ਉਹਨਾਂ ਸਾਰੇ ਸੱਜਣਾਂ ਨੂੰ, ਕੈਨੇਡਾ ਸਰਕਾਰ ਨੂੰ, ਕੈਨੇਡਾ ਦੇ ਵਿੱਚ ਭਾਰਤੀ ਹਾਈ ਕਮਿਸ਼ਨ ਨੂੰ ਬੇਨਤੀ ਕਰਦੇ ਹਾਂ ਕਿ ਇਹ ਘੱਟੋ ਘੱਟ ਸਾਡੀ ਜਿਹੜੀ ਡੈੱਡ ਬੋਡੀ ਹੈ ਇਸ ਨੌਜਵਾਨ ਵੀਰ ਦੀ, ਉਹ ਇਹਦੇ ਜੱਦੀ ਪਿੰਡ ਦੇ ਵਿੱਚ ਝੰਡਾ ਕਲਾਂ ਦੇ ਵਿੱਚ ਭੇਜੀ ਜਾਵੇ, ਤਾਂ ਜੋ
ਮਾਪਿਆਂ ਦਾ ਥੋੜਾ ਜਿਹਾ ਅੰਤਮ ਕਿਰਿਆਕਰਮ ਕਰਕੇ ਆਪਣੇ ਹੱਥੀਂ ਇਹ ਜੋ ਰਸਮ ਬਣੀ ਹੋਈ ਹੈ ਨਿਭਾ ਕੇ ਆਪਣਾ ਮਨ ਜਿਹੜਾ ਸਮਝਾ ਲੈਣਗੇ। ਸੋ ਇਹ ਸਾਡੀ ਬੇਨਤੀ ਹੈ। ਔਰ ਮੈਂ ਕੈਨੇਡਾ ਵਿੱਚ ਵਸਦੇ ਹੋਏ ਸਾਰੇ ਸਿੱਖ ਭਾਈਚਾਰੇ ਨੂੰ, ਪੰਜਾਬੀ ਭਾਈਚਾਰੇ ਨੂੰ ਖਾਸ ਤੌਰ ਤੇ ਬੇਨਤੀ ਕਰਨੀ ਚਾਹੁੰਦਾ ਕਿ ਉਹ ਜ਼ਰੂਰ ਉੱਥੇ ਸਾਡੇ ਇਸ ਪਰਿਵਾਰ ਦੇ ਨਾਲ ਸੰਬੰਧਿਤ ਰਿਸ਼ਤੇਦਾਰ ਨੌਜਵਾਨ ਵੀਰ ਨੇ ਜਸਨਪ੍ਰੀਤ ਸਿੰਘ ਹੈਗੇ ਨੇ, ਉਹਨਾਂ ਨਾਲ ਰਾਬਤਾ ਰੱਖਣ, ਉਹਨਾਂ ਨੂੰ ਵੀ ਹੌਸਲਾ ਦੇਣ ਔਰ ਇਹ ਡੈੱਡ ਬਾਡੀ ਜਿਹੜੀ ਹੈ ਇਹਨੂੰ ਭਾਰਤ ਪਹੁੰਚਾਉਣ ਦੇ ਵਿੱਚ ਪੂਰਾ ਸਹਿਯੋਗ ਦੇਣ। ਮੇਰੇ ਨਾਲ ਸਰਪੰਚ ਸਾਹਿਬ ਨੇ, ਉਹਨਾਂ ਦੇ ਪਿਤਾ ਵੀ ਨਾਲ ਨੇ, ਉਹਨਾਂ ਤੋਂ ਤਾਂ ਪਰ ਉਹਨਾਂ ਦੀ ਜਿਹੜੀ ਹਾਲਤ ਮਾਨਸਿਕਤਾ ਇਸ ਤਰ੍ਹਾਂ ਬਣ ਜਾਂਦਾ ਸਾਰਾ ਆਪਾਂ ਨੂੰ ਪਤਾ ਹੀ ਹੈ ਕਿ ਫਿਰ ਮਾਪੇ ਜਿਉਣ ਜੋਗੇ ਨਹੀਂ ਰਹਿੰਦੇ ਜਦੋਂ ਪੁੱਤ ਇਸ ਹਾਲਤ ਚੜ੍ਹਾਈ ਕਰ ਜੇ। ਪਰ ਫਿਰ ਵੀ ਇਹਨਾਂ 'ਚ ਬੜੀ ਹਿੰਮਤ ਵਾਹਿਗੁਰੂ ਨੇ ਬਖਸ਼ੀ ਹੈ। ਸਰਪੰਚ ਸਾਹਿਬ ਸਰਦਾਰ ਕੁਲਵੀਰ ਸਿੰਘ ਉਹ ਦੱਸ ਦੇਣਗੇ ਵੀ ਪਿੰਡ ਦੇ ਵਿੱਚ ਕਿਵੇਂ ਸੋਗ ਦਾ ਮਾਹੌਲ ਹੈ, ਬਹੁਤ ਜਿਹੜੇ ਹਾਲਾਤ ਨੇ, ਪੂਰੇ ਗਮ ਦੇ ਵਿੱਚ ਸਾਰਾ ਇਲਾਕਾ ਹੀ ਜਿਹੜਾ ਡੁੱਬਿਆ ਹੋਇਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਮੰਦਭਾਗੀ ਘਟਨਾ ਜਿਹੜੇ ਸਾਡੇ ਪਿੰਡ ਵਾਪਰੀ ਏ। ਸਾਡੇ ਨੌਜਵਾਨ ਬੇਟਾ ਸਰਦਾਰ ਕੁਲਵਿੰਦਰ ਸਿੰਘ ਦਾ ਲੜਕਾ ਜੋ 17 ਮਾਰਚ ਨੂੰ ਕੈਨੇਡਾ ਵਿੱਚ ਗਿਆ ਸੀ ਤੇ 3 ਜੁਲਾਈ 2020 ਨੂੰ ਉਹਨਾਂ ਦੀ ਡੈਥ ਹੋ ਗਈ। ਜੋ ਸਾਰਾ ਪਿੰਡ ਹੀ ਇਸ ਸੋਗ ਵਿੱਚ ਡੁੱਬਿਆ ਹੈ। ਬਹੁਤ ਦੁੱਖ ਦੀ ਘੜੀ ਹੈ। ਅਸੀਂ ਪੰਜਾਬ ਗੌਰਮੈਂਟ ਅਤੇ ਸੈਂਟਰ ਗੌਰਮੈਂਟ ਵੱਲੋਂ ਅਤੇ ਕੈਨੇਡਾ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਇਹ ਬੋਡੀ ਨੂੰ ਜ਼ਰੂਰ ਸਾਡੇ ਨਗਰ ਵਿੱਚ ਪਹੁੰਚਾਇਆ ਜਾਵੇ ਤਾਂ ਕਿ ਉਹਨਾਂ ਦੇ ਪਿਤਾ ਕੋਲ ਇਕਲੌਤਾ ਬੇਟਾ ਸੀ, ਉਹ ਆਪਣੇ ਹੱਥਾਂ ਨਾਲ ਉਹਦਾ ਅੰਤਮ ਸੰਸਕਾਰ ਕਰ ਸਕਣ। ਇਹ ਹੀ ਸਾਡੀ ਭਾਰਤ ਗੌਰਮੈਂਟ ਨੂੰ ਤੇ ਵਿਦੇਸ਼ ਮੰਤਰਾਲੇ ਨੂੰ ਬਹੁਤ ਅਪੀਲ ਹੈ ਕਿ ਸਾਡੀ ਡੈੱਡ ਬੋਡੀ ਸਾਡੇ ਪਿੰਡ ਪਹੁੰਚਾਈ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਤੇ ਮੈਂ ਵਾਹਿਗੁਰੂ ਜੀ। ਇਹ ਵੀ ਦੱਸਣਾ ਚਾਹੁੰਦਾ ਸੀਗਾ ਜੀ, ਸਿਰਫ 3-3.5 ਕਿੱਲੇ ਇਹਨਾਂ ਕੋਲ ਜ਼ਮੀਨ ਹੈਗੀ ਹੈ। ਕੋਈ ਇਹ ਨਹੀਂ ਵੀ ਬਹੁਤ ਜ਼ਿਆਦਾ ਇਹ ਆਰਥਿਕ ਪੱਖੋਂ ਮਜ਼ਬੂਤ ਨੇ, ਕਿਉਂਕਿ ਕਰਜ਼ਾ ਚੁੱਕ ਕੇ ਆਪਣੇ ਪੰਜਾਬ ਦੇ ਵਿੱਚੋਂ ਲੋਕ ਆਪਣੇ ਜਵਾਕਾਂ ਨੂੰ ਭੇਜਦੇ ਨੇ ਫਿਊਚਰ ਬਣਾਉਣ ਵਾਸਤੇ। ਪਰ ਇਹ ਬਹੁਤ ਦੁੱਖਦਾਇਕ ਘਟਨਾ ਵਾਪਰੀ ਹੈ। ਮਤਲਬ ਛੋਟੇ ਕਿਸਾਨ ਹੀ ਆਪਾਂ ਕਹਿ ਸਕਦੇ ਹਾਂ। ਸੋ ਇਸ ਲਈ ਜ਼ਰੂਰ ਅਸੀਂ ਸਾਰੇ ਇਹਨਾਂ ਦਾ ਵੱਧ ਤੋਂ ਵੱਧ ਸਹਿਯੋਗ ਦਈਏ। ਇਹ ਬੇਨਤੀ ਹੈ। ਭੁੱਲਾਂ ਚੁੱਕਾਂ ਲਈ ਮਾਫੀ ਚਾਹਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਾਪਿਆਂ ਲਈ ਇਸ ਤੋਂ ਵੱਡਾ ਦੁੱਖ ਸ਼ਾਇਦ ਕਦੇ ਵੀ ਨਹੀਂ ਹੋ ਸਕਦਾ ਕਿ ਉਹਨਾਂ ਦਾ ਇਕਲੌਤਾ ਅਤੇ ਮਹਿਜ 19 ਸਾਲਾਂ ਦਾ ਨੌਜਵਾਨ ਪੁੱਤਰ ਇਸ ਦੁਨੀਆ ਤੋਂ ਉਹਨਾਂ ਦੀਆਂ ਅੱਖਾਂ ਸਾਹਮਣੇ ਚਲੇ ਜਾਵੇ ਅਤੇ ਉਹਨਾਂ ਨੂੰ ਉਸ ਦੀ ਲਾਸ਼ ਦਾ ਅੰਤਮ ਸੰਸਕਾਰ ਤੱਕ ਕਰਨਾ ਵੀ ਨਾ ਨਸੀਬ ਹੋ ਰਿਹਾ ਹੋਵੇ। ਉਮੀਦ ਹੈ ਸਰਕਾਰ ਅਤੇ ਇਸ ਪਰਿਵਾਰ ਦੇ ਦੁੱਖ ਨੂੰ ਆਪਣਾ ਦੁੱਖ ਸਮਝਣ ਵਾਲੇ ਸੱਜਣ ਇਸ ਪਰਿਵਾਰ ਦੀ ਮਦਦ ਜ਼ਰੂਰ ਕਰਨਗੇ ਅਤੇ ਲਖਵਿੰਦਰ ਸਿੰਘ ਦੀ ਦੇਹ ਨੂੰ ਉਹਨਾਂ ਦੇ ਮਾਪਿਆਂ ਤੱਕ ਜ਼ਰੂਰ ਪਹੁੰਚਾਉਣਗੇ। ਬਿਊਰੋ ਰਿਪੋਰਟ, ਪੰਜਾਬੀ ਲੋਕ ਚੈਨਲ।